ओंकार सतनाम करता पुरख निरभव निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच नारायण नरपत नमस्कार ऐसे गुर को बल बल जाइए आप मुक्त मोहे तारै ऐसे गुर को बल बल जाइए आप मुक्त मोहे तारे ज्ञान ध्यान किछ कर्म ना जाना नाहिन निर्मल करनी साध संगत कै अंचल लाभो बिखम नदी जाए तरनी ना हो जति सती नहीं पड़या मूर्ख मुगदा जन्म पया परनवत नानक तिनकी शरणा जिन तू नाहि विसरया परनवत नानक तिनकी शरणा जिन तू नाहि विसरया परम सम्मान योग चवर छत्र दे मालक शब्द गुरु साहिब श्री गुरु ग्रंथ साहिब महाराज जी दी पावन पवित्र खाजूरी अंदर शोभाए मान खोए बैठे गुरमुख प्यारे सत संगी जनों आप जी ने बड़े प्यार दे नाल हजूर दी इलाही गुरबाणी दा रस पिन्ना कीर्तन सरवण कीता है जी। अज उस अकाल पुरख वाहिगुरु जी की कृपा दा सदका दशमेश पिता धन धन साहिब श्री गुरु गोबिंद सिंह जी महाराज जिन्हां ने अपना सब कुछ देश कौम तो कुर्बान कर दिता उस प्यारे गुरुदेव दे पावन पवित्र आगमन पुरब नूं आप जी मना रहे हो। जिवें जिस दिन ये पुरब सी उदन भी हजूर दे जीवन दे कुछ कौतक जो बाला प्रीतम ने बाल अवस्था विच चोज रचाए उन्हां दी विचार आपां कर चुके हैं। आओ साध संगत जी जिथे गुरु गोबिंद सिंह जी दा आगमन पुरब 25 तरीक नूं आपां मनाया है उत्थे 22 दसंबर नूं मेरे हजूर गुरु गोबिंद सिंह महाराज जी दे वड्डे साहिबजादियां दा शहीदी दिवस सी। आओ
ਚਮਕੌਰ ਗੜੀ ਦਾ ਸਾਕਾ, ਉਸ ਇਤਿਹਾਸ ਨੂੰ ਗੁਰੂ ਕਿਰਪਾ ਨਾਲ ਆਪਾਂ ਨੇ ਵਾਚਣਾ ਹੈ। ਸਾਧ ਸੰਗਤ ਆਪ ਮਿਹਰਾਮਤ ਕਰੋ ਤਾਂ ਜੋ ਉਸ ਪਿਆਰੇ ਸਤਿਗੁਰੂ ਦੇ ਇਸ ਜੀਵਨ ਨੂੰ, ਹਜ਼ੂਰ ਦੇ ਇਸ ਅਲੌਕਿਕ ਕਾਰਨਾਮੇ ਨੂੰ, ਗੁਰੂ ਕਲਗੀ ਵਾਲੇ ਦਾ ਇਹ ਵੀ ਇੱਕ ਬਚਿੱਤਰ ਹੀ ਨਾਟਕ ਸੀ ਜਿਹੜਾ ਅਜੇ ਤੱਕ ਕਿਸੇ ਨੇ ਖੇਡਿਆ ਨਾ। ਕਿੰਨੀ ਹੈਰਾਨੀ ਪੈਦਾ ਕਰਨ ਵਾਲੀ ਇਹ ਘਟਨਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਮਿਹਰਾਮਤ ਕਰੋ, ਆਪ ਹੀ ਅੰਦਰ ਦੀ ਇਕਾਗਰਤਾ ਬਖਸ਼ ਕੇ ਆਪਣੇ ਇਸ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਕਰਾ ਲਓ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਦੋਂ ਆਪਾਂ ਹਜ਼ੂਰ ਦੇ ਪਾਵਨ ਪਵਿੱਤਰ ਜੀਵਨ ਨੂੰ ਪੜ੍ਹਨੇ ਆ ਤੇ ਉਹਨਾਂ ਦੀ ਪਾਵਨ ਪਵਿੱਤਰ ਬਾਣੀ ਦੇ ਆਧਾਰ ਤੇ ਹਜ਼ੂਰ ਨੇ ਆਪਣੀ ਬਾਣੀ ਵਿੱਚ, ਜਿਵੇਂ ਆਪਾਂ ਬਚਿੱਤਰ ਨਾਟਕ ਵਿੱਚ ਇਹ ਬਚਨ ਸਰਵਣ ਕਰ ਰਹੇ ਸਾਂ ਕਿ ਮੇਰੇ ਆਉਣ ਦਾ ਪ੍ਰਯੋਜਨ ਕੀ ਹੈ, ਤੇ ਸਾਹਿਬ ਨੇ ਇੱਕੋ ਸਵਈਏ ਅੰਦਰ ਇਸ ਪੂਰੀ ਘਟਨਾ ਨੂੰ ਅੰਕਿਤ ਕਰ ਦਿੱਤਾ। ਤੇ ਸਾਹਿਬ ਨੇ ਬਚਨ ਕੀਤੇ ਦਸ਼ਮੇਸ਼ ਸਤਿਗੁਰੂ ਨੇ ਕਿ ਹਮ ਇਹ ਕਾਜ ਜਗਤ ਮੋਹ ਆਏ, ਮੈਂ ਇਸ ਕਾਜ ਲਈ ਇਸ ਸੰਸਾਰ ਤੇ ਇਸ ਜਗਤ ਤੇ ਆਇਆ। ਧਰਮ ਹੇਤ ਗੁਰਦੇਵ ਪਠਾਏ, ਪਠਾਏ ਦਾ ਅਰਥ ਹੁੰਦਾ ਭੇਜਿਆ ਗਿਆ। ਹਜ਼ੂਰ ਕਹਿ ਰਹੇ ਨੇ ਮੈਂ ਕੁਝ ਕੰਮ ਕਰਨ ਆਇਆ ਤੇ ਉਸ ਗੁਰਦੇਵ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਇਸ ਕਾਜ ਵਾਸਤੇ ਇਸ ਸੰਸਾਰ ਤੇ ਭੇਜਿਆ। ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ। ਕੀ ਕਾਜ ਏ? ਸਾਹਿਬ ਕਹਿੰਦੇ ਨੇ ਜਹਾਂ ਤਹਾਂ ਤੈ ਧਰਮ ਚਲਾਏ। ਸਾਹਿਬ ਜੀ ਬਚਨ ਕਰਦੇ ਨੇ, ਆਪਾਂ ਸਵਈਆ ਇਹ ਸਰਵਣ ਵੀ ਕੀਤਾ। ਇੱਕ ਤਾਂ ਪੰਕਤੀ ਇਹ ਹੁੰਦੀ ਹੈ ਜਹਾਂ ਤਹਾਂ ਤੈ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ। ਤੇ ਇੱਥੇ ਬਚਨੇ ਜਹਾਂ ਤਹਾਂ ਤੈ ਧਰਮ ਬਿਥਾਰੋ, ਦੁਸ਼ਟ ਦੋਖੀਆਂ ਪਕੜ ਪਛਾਰੋ। ਯਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਾ ਮਨਮੰਗ। ਕਾਸ ਵਾਸਤੇ ਧਰਮ ਚਲਾਵਨ, ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਧਰਮ ਨੂੰ ਚਲਾਉਣ ਲਈ, ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਨੂੰ ਉਭਾਰਨ ਵਾਸਤੇ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਹੇ ਸਾਧੂ ਜਨੋ, ਇੱਕ ਗੱਲ ਧਿਆਨ ਨਾਲ ਇਸ ਨੂੰ ਸਮਝ ਲਵੋ ਕਿ ਧਰਮ ਚਲਾਵਨ, ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਤੇ ਜਿਹੜੇ ਜ਼ਾਲਮ ਬਿਰਤੀ ਵਾਲੇ ਲੋਕ ਨੇ ਉਹਨਾਂ ਦੁਸ਼ਟਾਂ ਦੀ ਮੂਲ ਦਰ ਤੇ ਮੈਂ ਜੜ ਪੱਟਣ ਵਾਸਤੇ ਆਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੜ੍ਹਨੇ ਆ ਤੇ ਬੜੇ ਪਿਆਰੇ ਕੁਝ ਕੁ ਬਚਨ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਕੀਤੇ ਨੇ। ਉਹ ਕਹਿੰਦਾ 3 ਕਿਸਮ ਦੇ ਸੰਸਾਰ ਵਿੱਚ ਆਮ ਤੌਰ ਤੇ ਇਨਸਾਨ ਪੈਦਾ ਹੁੰਦੇ। ਉਹਨੇ ਸ਼ਬਦ ਇਨਸਾਨ ਵਰਤਿਆ। ਕਹਿਣ ਲੱਗੇ 3 ਕਿਸਮ ਦੇ ਆਮ ਇਨਸਾਨ ਪੈਦਾ ਹੁੰਦੇ ਨੇ। ਤੇ ਪੁੱਛਿਆ ਕਿਹੜੇ? ਤੇ ਉਹਨੇ ਇੱਕ ਗੱਲ ਕਹੀ, ਕੁਝ ਲੋਕ ਐਸੇ ਨੇ ਕਿ ਜਿਨ੍ਹਾਂ ਦੇ ਪਿਤਾ ਪਤਾਮਾ, ਜਿਨ੍ਹਾਂ ਦੇ ਬਾਪ ਦਾਦਿਆਂ ਨੇ ਇੰਨੇ ਕੁ ਵੱਡੇ ਕਾਰਨਾਮੇ ਕੀਤੇ ਹੁੰਦੇ ਨੇ ਤੇ ਜਿੱਥੇ ਵੀ ਉਹ ਬੈਠਦੇ ਨੇ ਤੇ ਆਪਣੇ ਬਜ਼ੁਰਗਾਂ ਦੇ ਕਾਰਨਾਮੇ, ਆਪਣੇ ਪਿਤਾ ਪਿਤਾਮਾ ਦੇ ਕੌਤਕ ਨੂੰ, ਉਹਨਾਂ ਦੀ ਬਹਾਦਰੀ ਦੀ ਚਰਚਾ ਕਰਕੇ ਆਪਣੇ ਅੰਦਰ ਨੂੰ ਲੋਕਾਂ ਵਿੱਚ ਅਦਬ ਦਵਾ ਲੈਂਦੇ। ਆਪ ਉਹਨਾਂ ਦਾ ਜੀਵਨ ਨਹੀਂ, ਪਰ ਆਪਣੇ ਪਿਤਾ ਪਿਤਾਮਾ ਦੀ ਉਸ ਸ਼ੋਹਰਤ ਨੂੰ, ਉਹਨਾਂ ਦੇ ਬਲ ਨੂੰ, ਉਹਨਾਂ ਦੀ ਤਾਕਤ ਨੂੰ ਉਹ ਆਪਣੇ ਜੀਵਨ ਤੇ ਲਾਗੂ ਕਰਕੇ ਲੋਕਾਂ ਵਿੱਚ ਸਤਿਕਾਰਯੋਗ ਬਣ ਜਾਂਦੇ। ਉਹ ਕਹਿੰਦੇ ਨੇ ਦੂਸਰੀ ਕਿਸਮ ਦੇ ਲੋਕ ਉਹ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ ਆਪ ਤਾਂ ਬਹੁਤ ਜ਼ਿਆਦੇ ਮਹਾਨ ਨਹੀਂ, ਪਰ ਆਪ ਉਹਨਾਂ ਲੋਕਾਂ ਦਾ ਜੀਵਨ ਇੰਨਾ ਉੱਚਾ ਹੁੰਦਾ ਹੈ, ਉਹ ਆਪਣੇ ਜੀਵਨ ਦੇ ਨਾਲ, ਆਪਣੀ ਸ਼ਖਸੀਅਤ ਦੇ ਨਾਲ, ਆਪਣੀ ਬਲ ਦੇ ਨਾਲ ਲੋਕਾਂ ਵਿੱਚ ਆਪਣਾ ਥਾਂ ਬਣਾ ਲੈਂਦੇ। ਉਹ ਕਹਿੰਦਾ ਤੀਸਰੀ ਕਿਸਮ ਦੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਂ ਪਿਤਾ ਪਿਤਾਮਾ ਮਹਾਨ ਨੇ, ਜਿਹੜੇ ਆਪ ਵੀ ਕੋਈ ਮਹਾਨ ਕੰਮ ਨਹੀਂ ਕਰਦੇ, ਪਰ ਉਹਨਾਂ ਦੇ ਘਰ ਜਿਹੜੀ ਸੰਤਾਨ ਪੈਦਾ ਹੁੰਦੀ ਏ, ਕਈ ਵਾਰੀ ਉਹ ਪੁੱਤਰ ਪੋਤਰੇ ਇਹੋ ਜਿਹਾ ਕੰਮ ਕਰ ਜਾਂਦੇ ਨੇ ਕਿ ਰਹਿੰਦੀ ਦੁਨੀਆ ਤੱਕ ਉਹ ਜਿਹੜੇ ਨੇ ਆਪਣੇ ਪੁੱਤਰਾਂ ਦੇ ਨਾਂ ਉੱਤੇ ਉਹ ਵੀ ਮਹਾਨ ਹੋ ਜਾਂਦੇ। ਉਹ ਕਹਿੰਦੇ ਨੇ 3 ਤਰ੍ਹਾਂ ਦੇ ਲੋਕ, ਕੁਝ ਆਪਣੇ ਬਜ਼ੁਰਗਾਂ ਤੇ, ਆਪਣੇ ਪਿਤਾ ਪਿਤਾਮਾ ਤੇ ਮਾਣ ਕਰਦੇ ਨੇ, ਕੁਝ ਆਪਣੇ ਤੇ ਮਾਣ ਕਰਦੇ ਨੇ, ਤੇ ਜਿਨ੍ਹਾਂ ਕੋਲ ਇਹ ਦੋਵੇਂ ਨਾ ਹੋਣ
ਤੇ ਉਹ ਆਪਣੀ ਔਲਾਦ ਤੇ ਮਾਣ ਕਰ ਲੈਂਦੇ ਨੇ ਕਿ ਸਾਡੇ ਪੁੱਤਰ ਬੜੇ ਮਹਾਨ ਹੋਏ ਨੇ। ਪਰ ਕਹਿੰਦਾ ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਤੇਰੇ ਜੀਵਨ ਨੂੰ ਆਪਾਂ ਪੜ੍ਹਨੇ ਆ ਤੇ ਹੈਰਾਨਗੀ ਦੀ ਬਾਤ ਹੈ ਤੁਸੀਂ ਇਹਨਾਂ ਤਿੰਨਾਂ ਕਿਸਮਾਂ ਤੋਂ ਵਿਲੱਖਣ ਜਦੋਂ ਤੱਕਨੇ ਆ ਤੁਹਾਡੇ ਪਿਤਾ ਵੱਲ, ਤੁਹਾਡੇ ਪਿਤਾਮਾ ਵੱਲ, ਤੁਹਾਡੇ ਪੜਦਾਦੇ ਵੱਲ, ਤੇ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਵੀ ਮਹਾਨ ਹੋ। ਜਦੋਂ ਤੁਹਾਡੇ ਆਪਣੇ ਜੀਵਨ ਨੂੰ ਤੱਕਨੇ ਆ ਤਾਂ ਵੀ ਤੁਹਾਡੇ ਚਰਨਾਂ ਵਿੱਚ ਸੀਸ ਝੁਕਦਾ ਹੈ, ਤੇ ਜਦੋਂ ਤੇਰੇ ਪੁੱਤਰਾਂ ਦੀਆਂ ਕੁਰਬਾਨੀਆਂ ਨੂੰ ਤੱਕਨੇ ਆ ਤੇ ਉਦੋਂ ਵੀ ਤੇਰੇ ਚਰਨਾਂ ਵਿੱਚ ਸਾਡਾ ਸੀਸ ਝੁਕ ਜਾਂਦਾ। ਦੇਖਨੇ ਆ ਤੇਰੇ ਪਿਤਾਮਾ ਵੀ ਮਹਾਨ ਨੇ, ਉਹਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਏ, ਉਹਨਾਂ ਨੇ ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਾਈਆਂ ਨੇ। ਤੇਰੇ ਪਿਤਾਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗਾਂ ਲੜੀਆਂ ਨੇ ਤੇ ਚਾਰੇ ਦੀਆਂ ਚਾਰੇ ਜੰਗਾਂ ਜਿੱਤ ਕੇ ਆਏ ਨੇ। ਤੇ ਤੁਹਾਡੇ ਪੜਦਾਦਾ ਗੁਰੂ ਅਰਜਨ ਸਾਹਿਬ ਜਦੋਂ ਉਹਨਾਂ ਨੂੰ ਤੱਕਨੇ ਆ ਉਹ ਵੀ ਮਹਾਨ ਨੇ, ਤਤੀ ਤਵੀ ਤੇ ਬੈਠ ਸਕਦੇ ਨੇ ਪਰ ਕਦੀ ਪਰਮੇਸ਼ਵਰ ਨੂੰ ਉਲਾਮਾ ਨਹੀਂ। ਜੇ ਬਾਣੀ ਉਚਾਰਨ ਕਰ ਲੱਗਦੇ ਨੇ ਤੇ 30 ਰਾਗਾਂ ਵਿੱਚ ਬਾਣੀ ਉਚਾਰਨ ਕਰੀ ਜਾਂਦੇ ਨੇ। ਰਾਗ ਦੇ ਉਹ ਇੰਨੇ ਕੁ ਮਾਹਰ ਨੇ, ਆਪ ਸ਼ਰੰਦਾ ਲੈ ਕੇ ਕੀਰਤਨ ਕਰਦੇ ਨੇ। ਮੈਂ ਅਰਜ਼ ਕਰ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਜੇ ਖਾਨਦਾਨ ਨੂੰ ਤੱਕੋ, ਉਹਨਾਂ ਦੇ ਦਾਦਾ ਪੜਦਾਦਾ ਅਤ ਦੇ ਮਹਾਨ ਨੇ। ਤੇ ਸਾਧ ਸੰਗਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਵੱਲ ਝਾਤੀ ਮਾਰੀਏ ਉਹ ਵੀ ਕੁਰਬਾਨੀ ਦੇ ਪੁੰਜ ਨੇ। ਤੇ ਜੋ ਕੁਝ ਗੁਰੂ ਤੇਗ ਬਹਾਦਰ ਜੀ ਕਰ ਗਏ ਨੇ ਕਿਸੇ ਨੇ ਕੀਤਾ ਨਹੀਂ। ਗੁਰੂ ਗੋਬਿੰਦ ਸਿੰਘ ਤੁਸੀਂ ਪਿਤਾ ਪਿਤਾਮਾ ਵੱਲੋਂ ਵੀ ਮਹਾਨ ਹੋ। ਤੇ ਜਦੋਂ ਆਪ ਜੀ ਵੱਲ ਝਾਤੀ ਮਾਰੀ ਦੀਏ, ਜੇ ਬਾਣੀ ਉਚਾਰਨ ਕਰਦੇ ਹੋ ਤੇ ਤੁਹਾਡੇ ਕੋਲ ਪਰਦਾਦੇ ਵਰਗਾ ਉਹ ਗੁਣ ਹੈ ਜੋ ਗੁਰੂ ਅਰਜਨ ਸਾਹਿਬ ਕੋਲੇ ਉਸ ਵਾਹਿਗੁਰੂ ਦੀ ਉਸਤਤ ਵਿੱਚ ਘੰਟਿਆਂ ਬੱਧੀ ਤੂੰ ਪਿਆਰੇ ਨੂੰ ਯਾਦ ਕਰੀ ਜਾਣਾ। ਜਦੋਂ ਤੁਹਾਡੇ ਪਿਤਾਮਾ ਦੇ ਜੀਵਨ ਨੂੰ ਤੱਕੀਦਾ ਆਪਣੇ ਦਾਦੇ ਦੀ ਤਰ੍ਹਾਂ ਕਿਰਪਾਨਾਂ ਤੁਸੀਂ ਵੀ ਪਾਈਆਂ ਨੇ, ਉਹ ਵੀ ਜ਼ਾਲਮ ਨਾਲ ਟੱਕਰ ਲੈਂਦੇ ਨੇ, ਤੁਸੀਂ ਵੀ ਲੈ ਰਹੇ ਹੋ। ਤੇ ਦਾਤਾ ਜੀ ਆਪਣੇ ਪਿਤਾ ਦੀ ਤਰ੍ਹਾਂ ਤੁਹਾਡੇ ਕੋਲ ਵੀ ਕੁਰਬਾਨੀ ਵਾਲਾ ਹਿਰਦਾ ਹੈ। ਜਦੋਂ ਪਿਤਾਮਾ ਤੱਕਨੇ ਆ, ਪਿਤਾ ਨੂੰ ਤੱਕਨੇ ਆ, ਤੁਹਾਡੀ ਆਪਣੀ ਸ਼ਖਸੀਅਤ ਨੂੰ ਤੱਕਨੇ ਆ ਤਾਂ ਝੁਕਨੇ ਹੀ ਝੁਕਨੇ ਆ। ਪਰ ਜਦੋਂ ਤੇਰੀ ਸੰਤਾਨ ਦੇ ਕਾਰਨਾਮੇ ਦੇਖਨੇ ਆ ਮੇਰੇ ਸਤਿਗੁਰੂ ਤੂੰ ਤਾਂ ਵੀ ਮਹਾਨ, ਹਰ ਪੱਖ ਤੋਂ ਤੁਸੀਂ ਮਹਾਨ ਹੋ। ਮੈਂ ਅਰਜ਼ ਕਰਾਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਿਨ੍ਹਾਂ ਨੇ ਪਿਤਾ ਦੇ ਵਸਾਏ ਹੋਏ ਸ਼ਹਿਰ ਆਨੰਦਪੁਰ ਵਿੱਚ ਡੇਰਾ ਕੀਤਾ ਹੈ, ਕਿਉਂਕਿ ਮੈਂ ਅੱਜ ਦਾ ਵਿਸ਼ਾ ਜਿਹੜਾ ਚਮਕੌਰ ਗੜੀ ਦਾ ਸਾਕਾ ਹੈ, ਪਰ ਕੋਸ਼ਿਸ਼ ਇਹ ਕਰੀਏ ਕਿ ਪਿਛੋਕੜ ਦੀ ਇੰਨੀ ਕੁ ਸਮਝ ਲੱਗ ਜਾਏ ਇਹ ਭਾਣਾ ਕਿਵੇਂ ਵਾਪਰਿਆ, ਹਜ਼ੂਰ ਨੇ ਕਿਹੜੀ ਕਿਹੜੀ ਥਾਂ ਤੇ ਟਿਕਾਣਾ ਕੀਤਾ, ਤੇ ਮੇਰੇ ਕਲਗੀ ਵਾਲੇ ਕਿਵੇਂ ਚਮਕੌਰ ਗੜੀ ਦੇ ਵਿੱਚ ਵੀ ਚੜ੍ਹਦੀ ਕਲਾ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਰਹੇ। ਸਾਹਿਬ ਆਨੰਦਪੁਰ ਦੀ ਧਰਤੀ ਤੇ ਬਿਰਾਜਮਾਨ ਨੇ, ਸਤਿਗੁਰੂ ਪੌਂਟਾ ਸਾਹਿਬ ਦੀ ਧਰਤੀ ਤੇ ਵੀ ਭਾਗ ਲਾਏ ਨੇ। ਜੰਗਾਂ ਤਾਂ ਪਹਿਲਾਂ ਵੀ ਹੋਈਆਂ ਨੇ, ਭੰਗਾਣੀ ਦੀ ਜੰਗ ਹੋਈ ਏ, ਹੁਸੈਨੀ ਦੀ ਜੰਗ ਹੋਈ ਏ, ਨਦੌਣ ਦੀ ਜੰਗ ਹੋਈ ਏ, ਆਨੰਦਪੁਰ ਦੀਆਂ ਵੀ ਪਹਿਲਾਂ ਜੰਗਾਂ ਹੋਈਆਂ ਨੇ। ਪਰ ਹੁਣ ਇੱਕ ਕੇਰਾ ਪਹਾੜੀ ਰਾਜਿਆਂ ਨੇ ਪਾਇਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਉਹਨਾਂ ਨੇ ਪਹਾੜੀ ਰਾਜਿਆਂ ਦੀ ਪਰਵਾਹ ਨਹੀਂ ਕੀਤੀ ਤੇ ਇਹਨਾਂ ਨੇ ਫਿਰ ਇੱਕ ਪੱਤਰਕਾ ਔਰੰਗਜ਼ੇਬ ਨੂੰ ਭੇਜੀ ਸੀ। ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਤੇ ਔਰੰਗਜ਼ੇਬ ਨੂੰ ਪੱਤਰਕਾ ਵਿੱਚ ਲਿਖਿਆ ਸੀ ਕਿ ਐ ਬਾਦਸ਼ਾਹ ਅਸੀਂ ਤਾਂ ਤੇਰੇ ਅਧੀਨ ਆ, ਤੂੰ ਜੋ ਕਹਿਣਾ ਅਸੀਂ ਤੇਰੇ ਬਚਨਾਂ ਨੂੰ ਤੇਰੇ ਹੁਕਮ ਨੂੰ ਮੰਨ ਲੈਨੇ ਆ। ਪਰ ਯਾਦ ਰੱਖੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਬੈਠੇ ਨੇ ਜਿਨ੍ਹਾਂ ਦੇ ਪਿਤਾ ਨੂੰ ਤੂੰ ਦਿੱਲੀ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਹੈ। ਉਹ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਫੌਜਾਂ ਨੂੰ ਇਕੱਠਿਆਂ ਕਰੀ ਬੈਠਾ ਹੈ। ਅਸੀਂ ਬੜਾ ਯਤਨ ਕਰਨੇ ਆ ਕਿ ਤੇਰੇ ਰਾਜ ਵਿੱਚ ਕੋਈ ਬਗਾਵਤ ਨਾ ਕਰੇ, ਪਰ ਦੇਖੋ ਜਦੋਂ ਬੰਦਾ ਗੁਲਾਮੀ ਦੇ ਦਿਨ ਕੱਟਣ ਲੱਗ ਪਵੇ ਨਾ, ਸਿਆਣੇ ਕਹਿੰਦੇ ਨੇ ਜਦੋਂ ਪੰਛੀ ਪਿੰਜਰੇ ਵਿੱਚ ਹੋਵੇ ਤੇ 2-4 ਮਹੀਨੇ ਕਿਤੇ 6 ਮਹੀਨੇ ਸਾਲ ਉਹ ਪਿੰਜਰੇ ਵਿੱਚ ਰਹਿ ਜਾਏ ਨਾ, ਤੇ ਉਹਨੂੰ ਪਰਤ ਕੇ ਪਿੰਜਰੇ ਵਿੱਚੋਂ ਕੱਢਣ ਦੀ ਵੀ ਕੋਸ਼ਿਸ਼ ਕਰੋ ਤੇ ਪੰਛੀ ਦਾ ਚਿੱਤ ਨਹੀਂ ਕਰਦਾ ਉਹ ਪਿੰਜਰੇ ਵਿੱਚੋਂ ਬਾਹਰ ਨਿਕਲੇ। ਜੇ ਉਹ ਉਡਾਰੀ ਮਾਰੇਗਾ ਵੀ ਤੇ ਪਰਤ ਕੇ ਫਿਰ ਪਿੰਜਰੇ ਵਿੱਚ ਆ ਜਾਏਗਾ। ਉਹ ਲੋਕ ਇਹਨਾਂ ਕੁ ਗੁਲਾਮ ਰਹਿ ਚੁੱਕੇ ਨੇ, ਕਈ ਸਦੀਆਂ ਦੇ ਗੁਲਾਮ ਨੇ। ਤੇ ਜੇ ਮੇਰਾ ਕਲਗੀ ਵਾਲਾ
ਉਹਨਾਂ ਦੀ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦਾ ਹੈ। ਹਾਲਾਂਕਿ ਪੰਛੀ ਨੂੰ ਇੰਨੀ ਸਮਝ ਨਹੀਂ, ਜਿਹੜਾ ਪਿੰਜਰੇ ਨੂੰ ਤੋੜਦਾ ਪਿਆ ਸਾਡਾ ਭਲਾ ਕਰਦਾ ਪਿਆ, ਸਾਨੂੰ ਖੁੱਲੀ ਹਵਾ ਦਾ ਆਨੰਦ ਦੇਣਾ ਚਾਹੁੰਦਾ ਹੈ, ਪਰ ਪਤਾ ਨਹੀਂ ਪਿੰਜਰਾ ਹੀ ਉਹਦਾ ਜੀਵਨ ਬਣ ਜਾਂਦਾ ਹੈ। ਤੇ ਕਈ ਵਾਰੀ ਉਹ ਸੁਤੰਤਰਤਾ ਦਿਵਾਉਣ ਵਾਲੇ ਪਿੰਜਰਾ ਤੋੜਨ ਵਾਲੇ ਨਾਲ ਵੀ ਵੈਰ ਕਮਾਉਣ ਲੱਗ ਪੈਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦੇ ਨੇ, ਹਜ਼ੂਰ ਇਹਨਾਂ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ, ਪਰ ਗੁਲਾਮੀ ਦੇ ਦਿਨ ਕੱਟਣ ਵਾਲੇ ਲਿਖ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਆਕੀ ਬਣ ਗਏ ਨੇ। ਸਸਾਂ ਬੜੇ ਯਤਨ ਕੀਤੇ ਨੇ ਉਹਨਾਂ ਨੂੰ ਆਪਾਂ ਰੋਕ ਲਈਏ, ਪਰ ਸਾਡੀ ਕੋਈ ਪੇਸ਼ ਨਹੀਂ ਗਈ। ਪਰ ਜੇਕਰ ਬਾਦਸ਼ਾਹ ਤੂੰ ਕੋਈ ਉਦਮ ਉਪਰਾਲਾ ਨਾ ਕੀਤਾ ਤੇ ਗੁਰੂ ਗੋਬਿੰਦ ਸਿੰਘ ਬਗਾਵਤ ਦੀ ਅੱਗ ਪੈਦਾ ਕਰ ਦੇ। ਸਾਧ ਸੰਗਤ, ਹਜ਼ੂਰ ਆਨੰਦਪੁਰ ਨੇ ਤੇ ਕਹਿੰਦੇ ਨੇ ਬਾਦਸ਼ਾਹ ਔਰੰਗਜ਼ੇਬ ਨੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਵੀ ਲਿਖਿਆ ਹੈ ਕਿ ਤੁਸੀਂ ਆਨੰਦਪੁਰ ਨੂੰ ਘੇਰਾ ਪਾਣਾ ਹੈ। ਉਸ ਤੋਂ ਇਲਾਵਾ ਲਾਹੌਰ ਦੇ ਨਵਾਬ ਨੂੰ ਸੂਬੇਦਾਰ ਜ਼ਬਰਦਸਤ ਖਾਨ ਨੂੰ ਵੀ ਪੱਤਰਕਾ ਭੇਜੀਏ ਕਿ ਤੁਸੀਂ ਆਪਣੀ ਫੌਜ ਲੈ ਕੇ ਆਨੰਦਪੁਰ ਆ ਜਾਓ। ਸਰਹੰਦ ਤੋਂ, ਲਾਹੌਰ ਤੋਂ, ਦਿੱਲੀ ਤੋਂ ਵੀ ਫੌਜ ਭੇਜੀਏ। ਤੇ ਕੇਵਲ ਇਹ ਹੀ ਨਹੀਂ, 22 ਧਾਰ ਦੇ ਪਹਾੜੀ ਰਾਜਿਆਂ ਵਿੱਚੋਂ ਕੁਝ ਰਾਜੇ ਵੀ ਨਾਲ ਨੇ। ਜੰਮੂ ਦਾ ਰਾਜਾ ਵੀ ਉਸ ਘੇਰੇ ਵਿੱਚ ਆਇਆ ਹੈ ਤੇ ਇਹਨਾਂ ਨੇ ਆ ਕੇ ਆਨੰਦਪੁਰ ਨੂੰ ਘੇਰਾ ਪਾ ਲਿਆ। ਮਈ 1704 ਵਿੱਚ ਇਹ ਘੇਰਾ ਪਿਆ। ਗਰਮੀ ਦੇ ਦਿਨਾਂ ਵਿੱਚ ਮੈਂ ਸੰਖੇਪ ਜੀ ਅਰਜ਼ ਕਰਕੇ ਅੱਗੇ ਤੁਰਨਾ ਵਾ। ਮਈ ਵਿੱਚ ਗਰਮੀ ਦੇ ਦਿਨਾਂ ਵਿੱਚ ਘੇਰਾ ਪਿਆ, ਕੁਝ ਸਮਾਂ ਜੰਗ ਹੋਈ ਏ ਤੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਜੀ ਨੇ ਆਪਣੇ ਸੂਰਮਿਆਂ ਨੂੰ ਕਿਲੇ ਵਿੱਚ ਮੁਕਰਰ ਕਰ ਦਿੱਤਾ ਵੱਖ-ਵੱਖ ਥਾਵਾਂ ਤੇ। ਹੁਣ ਸਤਿਗੁਰੂ ਉੱਚੀ ਪਹਾੜੀ ਦੇ ਉੱਪਰ ਨੇ, ਘੇਰਾ ਪਾਉਣ ਵਾਲੇ ਨੀਵੀਆਂ ਥਾਵਾਂ ਤੇ ਨੇ। ਉਹਨਾਂ ਦੇ ਤੀਰ, ਉਹਨਾਂ ਦੀਆਂ ਗੋਲੀਆਂ ਤਾਂ ਕਿਲੇ ਵਿੱਚ ਓਨੀ ਮਾਰ ਨਹੀਂ ਕਰਦੀਆਂ ਜਿੰਨੀ ਮਾਰ ਗੁਰੂ ਕਲਗੀ ਵਾਲੇ ਦੇ ਤੀਰ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦੀ ਫੌਜ ਦੀਆਂ ਗੋਲੀਆਂ ਮਾਰ ਕਰ ਜਾਂਦੀਆਂ। ਇਹਨਾਂ ਨੇ ਘੇਰਾ ਪਾਈ ਰੱਖਿਆ, ਪਰ ਹਜ਼ੂਰ ਤੇ ਇਹਦਾ ਕੋਈ ਅਸਰ ਨਹੀਂ। ਕਹਿੰਦੇ ਨੇ ਕੁਝ ਮਹੀਨੇ ਲੰਘ ਗਏ ਨੇ, ਅਖੀਰ ਤੇ ਇਹ ਤੰਗ ਆ ਗਏ। ਪਹਾੜੀ ਰਾਜੇ ਹਾਕਮਾਂ ਦੀ ਫੌਜ, ਇਹਨਾਂ ਨੇ ਇੱਕ ਨਵੀਂ ਸੋਚ ਸੋਚੀ। ਕਹਿਣ ਲੱਗੇ ਇੱਕ ਤਰੀਕਾ ਲੱਭੋ, ਹੁਣ ਲੜੋ ਨਾ, ਲੜਨ ਵਿੱਚ ਸਾਡਾ ਨੁਕਸਾਨ ਜ਼ਿਆਦਾ ਹੁੰਦਾ ਹੈ। ਤੁਸੀਂ ਘੇਰਾ ਪਾ ਕੇ ਆਨੰਦਪੁਰ ਨੂੰ ਚਾਰ ਚੁਫੇਰੇ ਬੈਠ ਜਾਓ, ਨਾ ਤਾਂ ਅੰਦਰ ਕੋਈ ਜਾਣ ਦਿਓ, ਨਾ ਕਿਸੇ ਨੂੰ ਬਾਹਰੋਂ ਆਉਣ ਦਿਓ। ਤੇ ਜੇ ਕਦੋਂ ਅੰਦਰੋਂ ਕੋਈ ਰਾਸ਼ਨ ਲੈਣ ਆਏ, ਬਾਹਰ ਨੂੰ ਨਿਕਲੇ, ਉਹਨੂੰ ਵੀ ਕਤਲ ਕਰ ਦਿਓ। ਬਾਹਰੋਂ ਕਿਸੇ ਸਿੱਖ ਨੂੰ ਆਨੰਦਪੁਰ ਨਾ ਆਉਣ ਦਿਓ ਤੇ ਘੇਰਾ ਇਹਨਾਂ ਕੁ ਤੰਗ ਕਰ ਦਿਓ। ਜਦੋਂ ਇਹਨਾਂ ਕੋਲ ਦਾਣੇ ਪੱਠੇ ਮੁੱਕ ਜਾਣਗੇ, ਜਦੋਂ ਇਹਨਾਂ ਕੋਲ ਖਾਣ ਵਾਲਾ ਰਾਸ਼ਨ ਖਤਮ ਹੋ ਜਾਏਗਾ ਤੇ ਇਹਨਾਂ ਆਪਣੇ ਆਪ ਹੀ ਬਾਹਾਂ ਖੜੀਆਂ ਕਰਕੇ ਆਪਣੇ ਆਪ ਨੂੰ ਸਾਡੇ ਸਾਹਮਣੇ ਸਮਰਪਣ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਆਨੰਦਪੁਰ ਦੀ ਧਰਤੀ ਤੇ ਨੇ। ਇਸ ਤੋਂ ਪਹਿਲਾਂ ਮੇਰੇ ਹਜ਼ੂਰ ਨੇ ਕਵੀਆਂ ਨੂੰ ਤੇ ਕੁਝ ਪਰਿਵਾਰ ਐਸੇ ਨੇ, ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਨੇ, ਹਜ਼ੂਰ ਨੇ ਕਿਹਾ ਘੇਰਾ ਪੈਣਾ ਹੈ, ਮੁਸੀਬਤਾਂ ਦੇ ਪਹਾੜ ਟੁੱਟਣੇ ਨੇ। ਜਿਸ ਕਿਸੇ ਪਰਿਵਾਰ ਨੇ ਚਲੇ ਜਾਣਾ ਹੈ ਆਨੰਦਪੁਰ ਤੋਂ, ਉਹ ਖੁਸ਼ੀ ਨਾਲ ਜਾ ਸਕਦਾ ਹੈ। ਪਰ ਕਮਾਲ ਦੀ ਗੱਲ, ਕਹਿੰਦੇ ਨੇ ਕਈ ਪਰਿਵਾਰ ਆਨੰਦਪੁਰ ਵਿੱਚੋਂ ਚਲੇ ਗਏ, ਕਵੀ ਚਲੇ ਗਏ, ਵਿਦਵਾਨ ਚਲੇ ਗਏ, ਵੱਡੇ ਵੱਡੇ ਆਲਮ ਜਿਹੜੇ ਨੇ ਉਹ ਚਲੇ ਗਏ। ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਘੇਰਾ ਪੈ ਗਿਆ। ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਆਪਣੇ ਪਰਿਵਾਰ ਨੂੰ ਜੇ ਬਚਾਣਾ ਤੇ ਤੁਸੀਂ ਜਾ ਸਕਦੇ ਹੋ, ਪਰ ਤੇਰੇ ਪਰਿਵਾਰ ਵਿੱਚ ਵੀ ਤਾਂ ਬੁੱਢੜੀ ਮਾਤਾ ਹੈ, ਤੇਰੇ ਪਰਿਵਾਰ ਦੇ ਅੰਦਰ ਵੀ ਛੋਟੇ ਸਾਹਿਬਜ਼ਾਦੇ ਨੇ, ਪਰ ਆਪਣੇ ਪਰਿਵਾਰ ਦਾ ਇੱਕ ਵੀ ਜੀ ਬਾਹਰ ਨਹੀਂ ਜਾਣ ਦਿੱਤਾ। ਇਹਦਾ ਮਤਲਬ ਇੱਕੋ ਸੀ, ਕਿਤੇ ਲੋਕ ਇਹ ਨਾ ਕਹਿਣ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਤਾਂ ਆਨੰਦਪੁਰ ਤੋਂ ਬਾਹਰ ਭੇਜ ਦਿੱਤਾ ਤੇ ਲੋਕਾਂ ਦੇ ਬੱਚੇ ਦੁਸ਼ਮਣ ਦੇ ਸਾਹਮਣੇ ਖੜੇ ਕਰਕੇ ਮੌਤ ਦੇ ਮੂੰਹ ਵਿੱਚ ਪਵਾ ਦਿੱਤੇ। ਆਪਣਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਹੀ ਰੱਖਿਆ ਤੇ ਕੀ ਸਤਿਗੁਰੂ ਆਪਣੇ ਪਰਿਵਾਰ ਨੂੰ ਬਾਹਰ ਭੇਜ ਨਹੀਂ ਸਕਦੇ? ਘੇਰਾ ਤੰਗ ਹੋ ਗਿਆ, ਬਾਹਰੋਂ ਕੋਈ ਰਾਸ਼ਨ ਆਉਂਦਾ ਨਹੀਂ ਤੇ ਅੰਦਰ ਕਹਿੰਦੇ ਨੇ ਰਾਸ਼ਨ ਖਤਮ ਹੋਣ ਲੱਗਾ ਹੈ। ਇੱਥੋਂ ਤੱਕ ਇਸੇ ਘੇਰੇ ਦੇ ਅੰਦਰ ਹੀ ਉਹ ਪ੍ਰਸਾਦੀ ਹਾਥੀ ਜਿਹੜਾ ਰਾਜੇ ਰਤਨ ਰਾਏ ਨੇ ਭੇਟ ਕੀਤਾ ਸੀ, ਭੁੱਖ ਦੇ ਖੁਣੋਂ ਕਲਗੀ ਵਾਲੇ ਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਇਹ ਪ੍ਰਸਾਦੀ ਹਾਥੀ ਦੀ ਮੌਤ ਹੋ ਗਈ ਸੀ। ਇਸੇ ਭੁੱਖ ਦੇ ਅੰਦਰ ਹੀ ਮੇਰੇ ਕਲਗੀ ਵਾਲੇ ਦੇ ਅੱਤ ਦੇ ਪਿਆਰੇ 2 ਘੋੜੇ ਉਹ ਵੀ ਤੜਪ ਤੜਪ ਕੇ ਮਰ ਗਏ ਸਨ। ਕਈ ਜਿਹੜੇ ਨੇ
फौजियां सिखां दे घोड़े वो भी तड़प तड़प के मरे। केवल पशु नहीं, इथों तक कि कई ऐसे गुरु के सिख सन जेड़े भुख दे नाल अपने तन नूं वो भी त्याग गए। कईयां दे तन केवल पिंजर बन गए ने, घेरा तांगे। हुण उधरों बारिश दी रुत आ गई, हड़ आया ते उन्हां घेरा पाण वालियां दा नुकसान होया ते ना सोचिया पहाड़ियां ते मुगलां ने तंग आ गया। ये साडी ईनता मनदे नहीं। एक नवी चाल चलो, गुरु गोबिंद सिंह नूं एक पत्रिका भेजो, एक कुरान दी कसम चुकण वाला सजद भेजो, एक पुरोहित नूं भेजो, एक गंगा गां दी कसम खाए, दूजा कुरान दी कसम खाए ते उन्हां नूं कह दिओ गुरु गोबिंद सिंह तुसी आनंदपुर दे किले नूं त्याग दिओ, असीं तुहानूं कुछ नहीं कहांगे। साडी इज्जत दा सवाल है, तुसी आनंदपुर नूं छड्ड के जिथे मर्जी चले जाओ, तुहानूं कोई रोकण वाला नहीं। जदों ये आए ते इन्हां ने आके वास्ता पाया धर्म दा, कोई कुरान दा वास्ता पांदा है, कोई गां दा वास्ता पांदा है ते कुछ सिखां ने कहा सतगुरु देख हुण मौका मिलदा पिया है, आपां आनंदपुर नूं छड्ड जाइए, भुखे किन्ने कु दिन कढांगे। पर मेरे साहब ने उत्थे कुछ बचन कहे, सिख विद्वानां ने उन्हां नूं सांभ के रखिया। कहन लगे सिखो ये भी एक चाल जे, सुचेत रहो कि दुश्मन चाहता है कि तुसी आनंदपुर भी खाली करो, चाहता है मेरा नुकसान भी ना होवे ते आनंदपुर तो निकलन दी देर है, इस दुश्मन ने तुहानूं घेर के खत्म कर देना जे। सिख कहन लगे महाराज वो कसमां पे चुकदे ने। हजूर कहंदे ने मैनूं इन्हां दी कसम ते कोई यकीन नहीं, मैनूं कोई भरोसा नहीं। पर सिखां ने कहा महाराज तुसी यकीन तां करो। हजूर ने कहा हां आनंदपुर नूं असीं छड्ड देने आ। तुहाडे सामने एक कौतुक वरताना वा। गुरु कलगी वाले ने उन्हां नूं कह दिता सजणो कुछ कोई खचरा तुसी बाहरों भेज दिओ, कुछ को तुसी बैल गड्डियां भेज दिओ, मैं आनंदपुर नूं छड्ड दियांगा ते कुछ को कीमती समान मैं अपने किलियां विचों बाहर कढना। खुशी नाल हाकम वापस आए, बैल गड्डियां खच्चरां भेजियां, रेड़े भेजे। हजूर ने जेड़े टुੱਟੇ छित्तर सन ਉਹ ਗੱਡਿਆਂ ਵਿੱਚ ਲੱਦ ਦਿੱਤੇ, ਟੁੱਟੇ ਹੋਏ ਭਾਂਡੇ ਲੱਦ ਦਿੱਤੇ, ਪਾਟੇ ਹੋਏ ਵਸਤਰ ਲੱਦ ਦਿੱਤੇ ਤੇ ਇਹਨਾਂ ਗੱਡਿਆਂ ਨੂੰ ਰੇਸ਼ਮੀ ਕੱਪੜਿਆਂ ਨਾਲ ਢੱਕ ਦਿੱਤਾ। ਇਹਦਾ ਮਤਲਬ ਸੀ ਸਿੱਖੋ ਜੋ ਮੈਂ ਕਹਿ ਰਿਹਾ ਸੱਚ ਕਹਿ ਰਿਹਾ, ਇਹ ਫਰੇਬ ਪੈ ਕਰਦੇ ਨੇ। ਸਾਹਿਬ ਨੇ ਸ਼ਾਮ ਦੇ ਵਕਤ ਇਹ ਗੱਡੇ ਆਨੰਦਪੁਰ ਦੇ ਕਿਲੇ ਤੋਂ ਬਾਹਰ ਕੱਢੇ। ਉਹਨਾਂ ਸੋਚਿਆ ਰੇਸ਼ਮੀ ਕੱਪੜਿਆਂ ਨਾਲ ਢੱਕਿਆ ਹੋਇਆ ਸਮਾਨ ਹੈ, ਜਿਹੜਾ ਸਮਾਨ ਇੰਨੇ ਕੀਮਤੀ ਵਸਤਰਾਂ ਨਾਲ ਢੱਕਿਆ ਹੈ ਉਹ ਕਿੰਨਾ ਕੁ ਕੀਮਤੀ ਹੋਵੇਗਾ। ਜਦੋਂ ਘੇਰ ਕੇ ਇਹਨਾਂ ਲੋਕਾਂ ਨੇ ਸਮਾਨ ਲੁੱਟਣ ਲੱਗੇ, ਕੁਝ ਸਿੰਘ ਸ਼ਹੀਦ ਹੋ ਗਏ। ਸਮਾਨ ਜਦੋਂ ਦੇਖਿਆ ਕੇਵਲ ਪਾਟੇ ਕੱਪੜੇ, ਟੁੱਟੇ ਭਾਂਡੇ ਤੇ ਟੁੱਟੇ ਛਿੱਤਰ ਨਜ਼ਰ ਆਏ ਨੇ। ਹਜ਼ੂਰ ਨੇ ਹੱਸ ਕੇ ਕਿਹਾ ਸਿੱਖੋ ਹੁਣ ਕਿੱਥੇ ਗਈ ਕੁਰਾਨ ਦੀ ਕਸਮ, ਕਿੱਥੇ ਗਈ ਗਊ ਦੀ ਚੁੱਕੀ ਹੋਈ ਕਸਮ। ਉਹ ਦੇਖੋ ਅਜੇ ਤਾਂ ਕੇਵਲ 2-4 ਗੱਡੀ ਬਾਹਰ ਨਿਕਲੇ ਨੇ ਤੇ ਉਹਨਾਂ ਦੇ ਮਨ ਜਿਹੜੇ ਨੇ ਕਸਮਾਂ ਚੁੱਕਣ ਵਾਲੇ ਧਰਮ ਤੋਂ ਡਿੱਗ ਪਏ ਨੇ। ਕਦੀ ਯਕੀਨ ਕਰ ਦਿਓ ਤੁਹਾਨੂੰ ਬਚਨ ਦੇਣਗੇ। ਖੈਰ ਹਜ਼ੂਰ ਨੇ ਕੁਝ ਸਮਾਂ ਫਿਰ ਕੱਢਿਆ। ਫਿਰ ਕਹਿੰਦੇ ਨੇ ਔਰੰਗਜ਼ੇਬ ਦੀ ਪੱਤਰਕਾ ਆਈ, ਚਿੱਠੀ ਆਈ ਕਿ ਮੈਨੂੰ ਅਫਸੋਸ ਹੈ ਇਹਨਾਂ ਜੋ ਕੁਝ ਕੀਤਾ ਹੈ ਮਾੜਾ ਕੀਤਾ ਹੈ, ਤੁਸੀਂ ਆਨੰਦਪੁਰ ਨੂੰ ਤਿਆਗ ਦਿਓ, ਮੈਂ ਤੁਹਾਨੂੰ ਆਪਣੀ ਫੌਜ ਨੂੰ ਲਿਖ ਕੇ ਭੇਜਣਾ, ਕੋਈ ਕੁਛ ਨਹੀਂ ਕਹੇਗਾ। ਸਿੱਖਾਂ ਨੇ ਫਿਰ ਕਿਹਾ ਮਹਾਰਾਜ ਆਨੰਦਪੁਰ ਛੱਡ ਦਈਏ। ਹਜ਼ੂਰ ਨੇ ਕਿਹਾ ਪਿਆਰਿਓ ਕੁਝ ਦਿਨ ਕੱਢ ਲਓ, ਰਾਜ ਮਾਣੋਗੇ, ਸੁਖ ਮਾਣੋਗੇ। ਪ੍ਰੋਫੈਸਰ ਕਰਤਾਰ ਸਿੰਘ MA, ਮੈਕਾਲਫ, ਸੋਹਣ ਸਿੰਘ ਸ਼ੀਤਲ, ਪ੍ਰਿੰਸੀਪਲ ਸਤਬੀਰ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ ਸਾਰੇ ਇੱਕ ਮਤ ਨੇ। ਕਹਿੰਦੇ ਨੇ ਸਾਹਿਬ ਨੇ ਕਿਹਾ ਕੁਝ ਦਿਨ ਕੱਢ ਲਓ ਮੇਰੇ ਕਹਿਣ ਤੇ, ਦੇਖੋ ਰਾਜ ਤੁਹਾਡੇ ਪੈਰਾਂ ਵਿੱਚ ਰੁਲਣਾ ਹੈ, ਲੋਕ ਇਹ ਤੁਹਾਡੇ ਪੈਰਾਂ ਵਿੱਚ ਝੁਕਣਗੇ। ਪਰ ਕਹਿੰਦੇ ਨੇ ਭੁੱਖ ਦੇ ਸਤਾਏ ਹੋਏ ਤਨ ਪਿੰਜਰ ਬਣੇ ਨੇ। ਕਹਿੰਦੇ ਨੇ ਨਹੀਂ ਸਤਿਗੁਰੂ ਤੁਸੀਂ ਯਕੀਨ ਕਰੋ ਅਸੀਂ ਆਨੰਦਪੁਰ ਛੱਡ ਦਈਏ। ਜਦੋਂ ਸਿੱਖ ਖੇੜੇ ਖੜੇ ਪੈ ਗਏ ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਪਿਆਰਿਓ ਤੁਸੀਂ ਕਹਿੰਦੇ ਹੋ ਆਨੰਦਪੁਰ ਤਿਆਗ ਦੇਨੇ ਆ, ਪਰ ਇੱਕ ਗੱਲ ਚੇਤੇ ਰੱਖਿਓ ਆਨੰਦਪੁਰ ਛੱਡਣ ਦੀ ਕੀਮਤ ਇੰਨੀ ਕੁ ਚੁਕਾਣੀ ਪਏਗੀ ਕਿ ਤੁਸੀਂ ਆਪਣੇ ਅੰਦਰ ਉਹ ਚੱਲ ਨਹੀਂ ਸਕੋਗੇ। ਸਾਹਿਬ ਨੇ ਕਿਹਾ ਟਿਕੋ, ਪਰ ਨਹੀਂ ਟਿਕੇ। ਹਜ਼ੂਰ ਨੇ ਕਿਹਾ ਚਲੋ ਜਿਵੇਂ ਮਾਲਕ ਦੀ ਰਜ਼ਾ। ਚੁੱਪ ਕਰ ਗਏ। ਆਨੰਦਪੁਰ ਦੀ ਧਰਤੀ ਨੂੰ ਛੱਡਣ ਲੱਗੇ ਨੇ।
शामां दे वक्त 19 दसंबर ते सन 1704 दी रात हजूर ने सवेरे उन्हां हाकमां नूं सुनेहा भेज दिता है कि असी आनंदपुर नूं त्याग देंगे, पर छड्डण तो पहला साहब ने जेड़े कीमती बस्तर सन वो अग ला के फूक दिते गए ने। कुछ धातां दे जेड़े बर्तन सन कीमती वो दबा दिते गए ने। जो कुछ होर रुपया टका सी कुछ कहंदे ने सतलुज दे प्रवाह कर दिता गया है। ते जदों हजूर इस धरती तो आनंदपुर तो हुण तुर लगे ने ते एक काफला बनाया है। आपां आउणा चमकौर दी गड़ी ते ये काफला बनाया है ते इस काफले दे अगे भाई साहब भाई दया सिंह जी घोड़े ते सवार ने ते दूसरे पासे प्यारे भाई साहब भाई धर्म सिंह जी चलते पे। अगे दोनों सिख पंजां प्यारियां विचों भाई दया सिंह ते भाई धर्म सिंह निकले ने ते पिछे मेरे कलगी वाले दे महल ने माता सुंदरी जी, माता साहब कौर जी, माता गुजरी जी, छोटे साहबजादे ते इन्हां दे नाल ने साहबजादा जुझार सिंह जी। जदों काफला तुरिया हजूर कलगी वाले भी नाल ने ते आनंदपुर तो जेड़ा अखीर दा जथा निकलदा पिया साहब ने इस आनंदपुरी नूं त्यागया है जिथे हजूर ने अनेकां कौतक खेडे ने। इसे आनंदपुर विच कदी ओ भी दिन देखे ने जदों तिलक ते जंजू रोंदा आया सी उदन पिता नूं 9 साल दी उम्र भी तोरिया। इसे आनंदपुर विच पिता जी दे शीश दा संस्कार कीता ते छाती न ला किसे नूं रंगरेटा गुरु का बेटा किया। इसे आनंदपुर दी धरती ते होले महल्ले खेडे गए। इसे आनंदपुर दी धरती ते मेरे साहब दे चरनां विच बेअंत लोकां ने नमस्कारां कीतियां ते इसे केसगढ़ दी पहाड़ी ते मेरे कलगी वाले ने खंडे बाटे दी अमृत दी दात दे के इस सिख नूं सदा लई अमर कर दिता। अज उस आनंदपुरी नूं मेरा चोजी प्रीतम छड्ड के जांदा पिया ते जिस आनंदपुर विच परत के हो सकदा कि आउणा नहीं ते वाकया आए भी नहीं। साहब भाई दया सिंह भाई धर्म सिंह अगे ने, पिछे महल ने, माता गुजरी है, छोटे साहबजादे ने, बाबा जुझार सिंह ने ते हजूर नाल तुरे ने ते इस काफले दे जथे दे अखीर जेड़े तुरन वाले ने उन्हां विचों ने भाई साहब भाई उदय सिंह जी जेड़े भाई साहब भाई मनी सिंह दे पुत्र ने ते दूसरे ने काफले दे पिछे रहन वाले बाबा अजीत सिंह जी। कमाल दी गल सतगुरु अपने पुत्रां नूं सिखां तो भी नाल अगे करदा जे। हुण जे कोई चाहंदे ते बाबा अजीत सिंह विच हुंदे, नहीं पिछे पिछे बाबा अजीत सिंह ने 19 दसंबर सन 1704 दी शाम नूं मेरे कलगी वाले ने आनंदपुर नूं त्याग दिता है। आनंदपुर नूं तुरे ने, कीरतपुर साहिब दी धरती ते पहुंचे ने। इत्थे अपने वड्डे वडेरियां दे थावां ते नमस्कार कीती है क्योंकि गुरु हरगोबिंद साहब गुरु हरराय साहब दे इत्थे यादगारी अस्थान ने। गुरु हरकृष्ण साहब जी दा भी इत्थे अस्थान है। नमस्कार कीती है ते इत्थे मेरे गुरु गोबिंद सिंह महाराज जी नूं इन्हां दे सके ताए दे पुत्र बाबा सूरजमल दे पुत्र आके मिले ने ते उन्हां ने कहा दाता तुसी चले हो, सानू हुक्म कीए असी किवें जीवन बतीत करिए। ते साहब ने सरमोर दे रियासत दे राजे नूं अपने वल्लों पत्रिका लिख दिती कि साडे बजुर्ग बाबा सूरजमल दे पुत्र तेरे कोल आ रहे ने, इन्हां दी संभाल करी। कीरतपुर साहब तो सतगुरु तुर पए ने। 19 दसंबर दी रात लंघदी पई है ते 20 दसंबर दा अमृत वेला हो गया है। उधर पोह दी ठंड हड्डियां नूं चीरन वाली है, ठंडी हवा चलदी है, आसमान ते बिजली चमकदी है, बदल गजदे पए ने। कहंदे ने देखो पिछे टिड्डी दल ने हल्ला कर दिता है। सतगुरु विचकार ने ते अगे सरसा नदी भी पूरे जोबन ते अपने उछाले नूं पैदा करके बैठी है। मानो अंबर भी उत्तों घेरा पाई बैठा है, मीह पैंदा है। अगों ये सरसा नदी भी घेरदी पई है, पिछों टिड्डी दल भी चढ़िया आउंदा है। पर उस अकाल पुरख वाहिगुरु दा भगत मेरा गुरु कलगी वाला जदों सरसा दे किनारे ते आया है ते पानी ठाठा पिया मारदा है। सारा परिवार इत्थे आया है ते देखिया अमृत वेला हो गया है, भिन्नी रैनड़िए दा समा हो गया है, चौथे पैर सुबह दा वक्त होया है। सतगुरु ने उसे वक्त रोक दिता है। भाई दया सिंह जी, भाई धर्म सिंह जी,
ਆਪਾਂ ਅਜੇ ਸਰਸਾ ਨੂੰ ਪਾਰ ਨਹੀਂ ਕਰਨਾ। ਤੇ ਪੁੱਛਿਆ ਦਾਤਾ ਪਿੱਛੇ ਤਾਂ ਇੰਨੀ ਜ਼ਾਲਮ ਦੀ ਫੌਜ ਢਾਈ ਕਰਕੇ ਆਉਂਦੀ ਪਈ ਏ। ਕਹਿਣ ਲੱਗੇ ਦਇਆ ਸਿੰਘ ਜੀ, ਜਿਸ ਅਕਾਲ ਪੁਰਖ ਦੀ ਕਿਰਪਾ ਨਾਲ ਅਸੀਂ ਅਡੋਲ ਰਹਿਣਾ ਹੈ। ਅੰਮ੍ਰਿਤ ਵੇਲਾ ਹੋ ਗਿਆ, ਆਸਾ ਦੀ ਵਾਰ ਦਾ ਸਮਾਂ। ਕੀ ਹੋਇਆ ਜੇ ਟਿੱਡੀ ਦਲ ਪਿੱਛੇ ਵੇ? ਸਰਸਾ ਨਦੀ ਸਾਹਮਣੇ ਛਾਲਾਂ ਪਈ ਮਾਰਦੀ ਏ, ਪਰ ਜਿੰਨੀ ਦੇਰ ਤੱਕ ਅੰਮ੍ਰਿਤ ਵੇਲੇ ਦੇ ਦੀਵਾਨ ਨਹੀਂ ਸਜਦੇ ਉਨੀ ਦੇਰ ਤੱਕ ਆਪਾਂ ਸਰਸਾ ਨੂੰ ਪਾਰ ਨਹੀਂ ਕਰਨਾ। ਸਰਸਾ ਦੇ ਕਿਨਾਰੇ ਮੇਰੇ ਕਲਗੀ ਵਾਲੇ ਨੇ ਅਨੰਦਪੁਰ ਸਾਹਿਬ ਤੋਂ ਆ ਕੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ। ਕਿਹੋ ਜਿਹਾ ਬੇਖੌਫ ਨੇ, ਬੇਗਮ ਨੇ। ਅੰਮ੍ਰਿਤ ਵੇਲੇ ਸਰਸਾ ਦੇ ਕਿਨਾਰੇ ਜਦੋਂ ਦੀਵਾਨ ਸਜਿਆ, ਹਜ਼ੂਰ ਆਪ ਉਸ ਦੀਵਾਨ ਵਿੱਚ ਹਾਜ਼ਰ ਹੋਏ ਨੇ। ਕਹਿੰਦੇ ਨੇ ਸਾਧ ਸੰਗਤ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਤੇ ਭਾਈ ਅਰਦਾਸ ਨਹੀਂ ਹੁੰਦੀ ਉਨੀ ਦੇਰ ਤੱਕ ਤੁਸੀਂ ਦੁਸ਼ਮਣ ਨੂੰ ਘੇਰ ਕੇ ਰੱਖਣਾ। ਉਧਰੋਂ ਦੁਸ਼ਮਣ ਆਇਆ। ਲਿਖਦੇ ਨੇ ਪ੍ਰੋਫੈਸਰ ਕਰਤਾਰ ਸਿੰਘ ਆਵਾਜ਼ ਦੇ ਕੇ ਕਹਿੰਦੇ ਨੇ ਕਿ ਸਿੱਖੋ ਹੁਣ ਤੁਸੀਂ ਆਪਣੇ ਹਥਿਆਰ ਸੱਟ ਦਿਓ। ਹੁਣ ਆਨੰਦਪੁਰ ਦਾ ਕਿਲਾ ਨਹੀਂ, ਹੁਣ ਆਨੰਦਪੁਰ ਦੀਆਂ ਪਹਾੜੀਆਂ ਨਹੀਂ, ਅਸੀਂ ਤੁਹਾਨੂੰ ਘੇਰ ਕੇ ਖਤਮ ਕਰਾਂਗੇ। ਤੇ ਅੱਗੋਂ ਬਾਬਾ ਅਜੀਤ ਸਿੰਘ ਕੜਕਵੀਂ ਆਵਾਜ਼ ਵਿੱਚ ਕਹਿੰਦੇ ਨੇ, ਉਹ ਜਾਓ ਓਏ ਬੇਧਰਮੋ, ਆਪਣੇ ਈਮਾਨ ਤੋਂ ਗਿਰੇ ਹੋਇਓ, ਮਤ ਸੋਚੋ ਅਸੀਂ ਸ਼ਸਤਰ ਛੱਡ ਦਿਆਂਗੇ। ਅਸੀਂ ਜਿੰਨੀ ਦੇਰ ਤੱਕ ਸਰੀਰ ਨੂੰ ਨਹੀਂ ਛੱਡਦੇ ਉਨੀ ਦੇਰ ਤੱਕ ਸੱਜਣੋ ਆਪਣੇ ਹੱਥਾਂ ਵਿੱਚੋਂ ਅਸੀਂ ਸ਼ਸਤਰ ਨਹੀਂ ਛੱਡਦੇ। ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਨੇ ਉਹਨਾਂ ਨੂੰ ਰੋਕ ਕੇ ਰੱਖਿਆ। ਅੰਮ੍ਰਿਤ ਵੇਲੇ ਦਾ ਦੀਵਾਨ ਸਜ ਗਿਆ। ਅਜੇ ਸੂਰਜ ਦੀ ਟਿੱਕੀ ਨਹੀਂ ਨਿਕਲੀ, ਸਮਾਪਤੀ ਹੋਈ ਤੇ ਕਲਗੀ ਵਾਲੇ ਨੇ ਅੱਜ ਆਪ ਅਰਦਾਸ ਕੀਤੀ ਏ। ਤੇ ਆ ਸਾਧ ਸੰਗਤ ਅੱਜ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਆਖਰੀ ਸਮਾਂ। ਅੱਜ ਤੋਂ ਬਾਅਦ ਵਿਛੜਿਆਂ ਨੇ ਕਈਆਂ ਨੇ ਮਿਲਣਾ ਵੀ ਨਹੀਂ। ਆਪ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਭਾਣੇ ਨਾਲ ਤੁਰਿਆ, ਤੇਰੀ ਰਜ਼ਾ ਵਿੱਚ ਆਨੰਦੇ, ਕਿਰਪਾ ਕਰੀ ਮੇਰੇ ਦਾਤਿਆ, ਜੋ ਵੀ ਕੌਤਕ ਵਾਪਰਨ ਆਪਣਾ ਭਾਣਾ ਮੰਨਣ ਦੀ ਮੈਨੂੰ ਸਮਰੱਥਾ ਦੇ ਦੇ। ਹਜ਼ੂਰ ਨੇ ਉੱਥੇ ਫਿਰ ਸਰਸਾ ਨੂੰ ਪਾਰ ਕਰ ਲੱਗੇ ਨੇ। ਕਿਹਾ ਸਿੰਘੋ ਝੁਕਣਾ ਨਹੀਂ, ਆਪਾਂ ਇਹਨਾਂ ਅੱਗੇ ਹਥਿਆਰ ਨਹੀਂ ਸੱਟਨੇ। ਸਰਸਾ ਨੂੰ ਪਾਰ ਕਰੋ, ਸਿੱਧੇ ਤੁਸੀਂ ਰੋਪੜ ਨੂੰ ਆ ਜਾਣਾ। ਤੇ ਜੇ ਕੋਈ ਦੂਰ ਦੁਰਾਡਾ ਪਾਣੀ ਰੋੜ ਕੇ ਲੈ ਜਾਏ ਕੋਸ਼ਿਸ਼ ਕਰਿਓ ਕਾਫਲੇ ਨੂੰ ਮਿਲਣ ਦੀ। ਹਜ਼ੂਰ ਨੇ ਸਰਸਾ ਪਾਰ ਕਰ ਲੱਗੇ ਨੇ, ਪਰ ਸਰਸਾ ਦਾ ਜ਼ਾਲਮ ਪਾਣੀ ਇੰਨਾ ਤੇਜ਼ ਵਗਦਾ ਪਿਆ ਹੈ, ਮੇਰੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਇਹਨੇ 3 ਹਿੱਸੇ ਕਰ ਦਿੱਤੇ। ਪਾਣੀ ਛੱਲਾਂ ਟਕਰਾਂਦੀਆਂ ਪਈਆਂ ਨੇ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਭਾਈ ਦਇਆ ਸਿੰਘ ਪਾਰ ਪੈ ਕਰਵਾਉਂਦੇ ਨੇ। ਮਾਤਾ ਗੁਜਰੀ ਛੋਟੇ ਸਾਹਿਬਜ਼ਾਦੇ ਪਾਣੀ ਦੇ ਬਹਾਵ ਵਿੱਚ ਥੋੜੀ ਦੂਰ ਜਾ ਨਿਕਲੇ ਨੇ। ਕਦੀ ਉਸ ਦ੍ਰਿਸ਼ ਨੂੰ ਅੱਖਾਂ ਦੇ ਸਾਹਮਣੇ ਤੇ ਲਿਆ ਮਣਾ ਤੇ ਆਪਣੇ ਹਿਰਦੇ ਤੇ ਹੱਥ ਰੱਖ ਕੇ ਦੇਖ। ਕੇਵਲ ਇਹ ਕਹਾਣੀ ਨਹੀਂ, ਕੇਵਲ ਇਹ ਨਾਟਕ ਨਹੀਂ, ਕੇਵਲ ਕਿਸੇ ਫਿਲਮ ਦਾ ਸੀਨ ਨਹੀਂ, ਇਹ ਉਸ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਜੀਵਨ ਦੀ ਅਸਲੀਅਤ ਹੀ, ਇਹ ਹਕੀਕਤ ਹੀ। ਉਹਦੇ ਛੋਟੇ ਬੱਚੇ ਮਾਤਾ ਗੁਜਰੀ ਪਾਣੀ ਰੋੜ ਕੇ ਲੈ ਗਏ। ਥੋੜੀ ਦੂਰ ਜਾ ਕੇ ਨਿਕਲੇ ਨੇ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰੀ ਜੀ, ਭਾਈ ਮਨੀ ਸਿੰਘ ਨਾਲ ਇਹਨਾਂ ਨੇ ਸਰਸਾ ਨੂੰ ਪਾਰ ਕੀਤਾ। ਤੇ ਕੋਈ ਕਿਤੇ 2 ਕੋ ਦੂਰ ਨਿਕਲਦਾ ਪਿਆ ਹੈ, ਕੋਈ 3 ਕੋ ਦੂਰ ਨਿਕਲਦਾ ਪਿਆ ਹੈ। ਸਰਸਾ ਦੇ ਪਾਣੀਆਂ ਤੂੰ ਪਰਿਵਾਰ ਨੂੰ ਵਿਛੋੜ ਦਿੱਤਾ। ਮਾਤਾ ਗੁਜਰੀ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਜਾਂਦੇ ਪਏ ਨੇ। ਮੇਰੇ ਕਲਗੀ ਵਾਲੇ ਦਾ ਉਹ ਵਿਦਿਆ ਸਾਗਰ ਗ੍ਰੰਥ ਜਿਹਦਾ ਕੇਵਲ ਭਾਰ ਹੀ 9 ਮਣ ਸੀ, ਇੰਨਾ ਮਹਾਨ ਗ੍ਰੰਥ ਸੀ। ਸਰਸਾ ਦੇ ਪਾਣੀਆਂ ਤੂੰ ਉਸ ਗ੍ਰੰਥ ਨੂੰ ਵੀ ਰੋੜ ਕੇ ਲੈ ਗਿਆ। ਉਹ ਮਹਾਨ ਗ੍ਰੰਥ ਸਰਸਾ ਦੀ ਭੇਟ ਹੋ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਉਹਦੇ ਜਾਨ ਨਾਲੋਂ ਪਿਆਰੇ ਸਿੱਖਾਂ ਨੂੰ ਪਾਣੀ ਰੋੜ ਕੇ ਲੈ ਗਿਆ। ਹਜ਼ੂਰ ਨੇ ਸਰਸਾ ਪਾਰ ਕੀਤੀ ਤੇ ਇਸੇ ਸਰਸਾ ਦੇ ਕੰਢੇ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸੱਤਾ ਪੁੱਤਰ ਭਾਈ ਉਦੈ ਸਿੰਘ ਜ਼ਾਲਮਾਂ ਨਾਲ ਟੱਕਰ ਲੈਂਦਿਆਂ ਸ਼ਹੀਦ ਹੋ ਗਿਆ। ਉਹਨੇ ਸ਼ਹਾਦਤ ਦਾ ਜਾਮ ਸਰਸਾ ਦੇ ਕਿਨਾਰੇ ਪਾਇਆ। ਬਾਬਾ ਅਜੀਤ ਸਿੰਘ ਨੇ ਕਿਹਾ ਸੀ ਭਾਈ ਉਦੈ ਸਿੰਘ ਤੂੰ ਨਿਕਲ ਜਾ, ਤੇ ਭਾਈ ਉਦੈ ਸਿੰਘ ਨੇ ਕਿਹਾ ਸੀ ਨਹੀਂ ਬਾਬਾ ਅਜੀਤ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਚਾਕਰ ਹਾਂ, ਉਹਦਾ ਗੁਲਾਮ ਹਾਂ, ਤੂੰ ਮੇਰੇ ਮਾਲਕ ਦਾ ਪੁੱਤਰ ਹੈ। ਜਿੰਨੀ ਦੇਰ ਤੱਕ ਉਦੈ ਸਿੰਘ ਦੀਆਂ ਰਗਾਂ ਵਿੱਚ ਖੂਨ ਹੈ, ਮੈਂ ਕਿਸੇ ਦੁਸ਼ਮਣ ਨੂੰ ਤੇਰੇ ਵੱਲ ਆਉਣ ਨਹੀਂ ਦੇਣਾ। ਤੈਨੂੰ ਗੁਰੂ ਕਾ ਵਾਸਤਾ ਤੂੰ ਸਰਸਾ ਪਾਰ ਕਰ ਜਾ, ਪਰ ਮੇਰੇ ਸਰੀਰ ਵੱਲ ਧਿਆਨ ਨਾ ਦੇ।
बाबा अजीत सिंह होरां ने सरसा पार की, भाई उदय सिंह शहीद हो गए ने। हजूर सरसा नूं पार करके रोपड़ दी धरती नूं गए ने। कमाल दी खेड़ है। साहब ने इत्थे कुछ विद्वान कहंदे ने 20 दसंबर दा दिन जिहड़ा सतगुरु ने रोपड़ बतीत कीता है। इत्थे सिख जिहड़े ने ओ नाल आ मिले ने। कुछ विद्वानां ने इन्हां सिखां दी गिनती 44 कीती है, पर साहब ने जफरनामे दे अंदर 40 किया है। 44 को इन्हां दी गिनती है। हजूर ने रोपड़ तो इथों रात भी कुछ सिख विद्वान कहंदे ने कि 20 दसंबर दी रात भी इत्थे बतीत कीती है। हुण जदों 21 दसंबर दा दिन चढ़िया है ते मेरे कलगी वाले दे चेहरे ते अज कोई अनोखा नूर है। साहब तुरन लगे ने रोपड़ तो, जेड़े साके दी मैं अर्ज करनी चाहना मैं इस करके कि सानू अपने बापू दे इस इतिहास दा पता लग जाए कि साडा पिछोकड़ की है। साहब ने देखिया परिवार बिखर गया है। सतगुरु रोपड़ तो आनंदपुर नूं तुरे ने। बूर माजरे आके कुछ समा आराम कीता है। उत्थे साहब नूं जल पानी दी भी कईयां ने सेवा कीती है। ते जदों कहंदे ने सरसा दे पानी तो बाहर निकले ने ते उस वक्त अल्लाह यार खां जोगी शहीदां ने वफा अंदरों ने कुछ गल्लां कईयां ने। इन्ने प्यार नाल भेज के उन्हें वाकई बैराग विच आके कहा, कहंदा जदों देखिया कि कई प्यारे सिख पानी विच डुब गए ने, उस वक्त गुरु गोबिंद सिंह दे वड्डे साहिबजादे ना आपस विच गल्लां पे करदे ने। उन्हें एक पंक्तियां लिखियां कुछ कु, कहंदा जब दूर से दरिया के किनारे नजर आए, सरसा में डूबे हुए प्यारे नजर आए, यूं देख के बिगड़े हुए सारे नजर आए, बिखरे हुए सतगुरु के दुलारे नजर आए। ते उस वक्त साहिबजादे कह रहे सन, कहंदे ने कि हमें इजाजत नहीं है रन की, हम मिट्टी तक उड़ा सकते हैं दुश्मन के चमन की। जदों तुरे ने रस्ते विच कहंदे ने की खेड़े दाता तेरी, कहने लगे हर सिंह को धोखा दिया पैमा शिकनों ने, बेमहरों ने, बेधर्मों ने, ईमान शिकनों ने। जो दोनों साहिबजादे गल्लां पे करदे ने ते मेरा कलगी वाला दोनां दे विचकार आ गया है। ते ओ लिखदा है इतनी देर सी इतने में मुखातब हुए सतगुरु गुरु गोबिंद, कहने लगे वो साबरो शाकर वो बहादुर गुरु गोबिंद, रस्ते में गवाह आए थे 2 दुर गुरु गोबिंद। दुरदर थे कीमती मोती, 2 कीमती मोती गवा चुके ने, रस्ते में गवाह आए थे 2 दुर गुरु गोबिंद। कहने लगे जदों तकिया, कहने लगे थे गम की जगह अंदर गमी नहीं, शांति से पुर गुरु गोबिंद उन्हां दे हिरदे विच टिकाए। जदों रोपड़ तो बूर माजरे सामने देखिया चमकौर नूं ते सिख पुछदे ने भाई दया सिंह इस पिंड विच आपां जाना है। हजूर ने मुस्कुरा के एक गल कही, कहन लगा दया सिया मैं कई सालां तो इस पिंड दी इंतजार करदा सां, कदों घड़ी आवे जदों मैं इस पिंड विच प्रवेश करना है। भावां साहब पहलां भी जा चुके ने। हजूर नूं पुछदा भाई दया सिंह ये पिंड नाल कोई खास लगा है, इस धरती दे नाल कोई ज्यादा नेम है, आनंदपुर नूं छड्ड के आयो ते चमकौर नूं देख के इन्ने खुश क्यों हो। उते हजूर ने कुछ बचन कहन लगे दया सिंह जी जिस खित्ते में कहते थे हम आना ये वही है, कल लुट के जिस जगह से जाना ये वही है, जिस जगह पे बच्चों को कटाना ये वही है, मिट्टी कह देती है ठिकाना ये वही है। अज वो धरती आ जिथे मेरे 2 पुत्रा ने शहीद होना है ते उस अकाल पुरख दा मैं शुक्र करना है, इस करके मैं खुश हो रहा। वो धरती तू किन्निया भागां वाली है शब्द वरते जिथे मेरे 2 पुत्रा ने शहादत दा जाम पीना है। साहब शाम दे वक्त चमकौर साहब पहुंचे ने। मैं साहब इस करके उन शब्द वरत रहा क्योंकि मेरा साहब चमकौर पहुंच गया है ते जिस धरती ते मेरा साहब पहुंचदा है वो धरती भी साहब बन जाती है। हजूर चमकौर साहब पहुंचे ने। इत्थे कच्ची हवेली दा मालक है जिन्हों आपां गढ़ी कहने आ। इस हवेली विच कुछ कमरे ने, ऊपर एक चबारा भी है। मेरे गुरु गोबिंद सिंह सच्चे पिता महाराज इन्हां दे चरनां विच उस हवेली दा मालक बुद्धि राज आया है। जदों देखिया कि साहब दे नाल भुखे भाने सिख ने,
सतगुरु दे दो साहिबजादे वड्डे नाल ने। कई विद्वान ये भी लिखते ने कि वह पहला इनकार कर गया, पर नहीं, सिख विद्वान कहते ने उस हवेली ते मालिक ने चरना विच शीश रख दिता सी। दो भरा सन, एक मनदा सी, दूजा नहीं। जेड़ा मनदा सी वो चरना विच आके कहंदा, सतगुरु तुसी साडी खातर पिता दिता, आनंदपुर वार दिता, तेरे परिवार दे कई टुकड़े हो गए, मैं की तेरी सेवा कर सकना वा। जिस धरती दियां तू गुलामी दियां जंजीरां कटनियां चाहना है, उस धरती दे लोग तेनू घर रखन लई तैयार नहीं, मैं कुछ नहीं तेनू दे सकदा। आ हवेली तेरे चरनां विच हाज़री, तू कृपा कर इस छोटी जी भेटा नू प्रवान कर ले। वाह ओ चौधरी, हवेली तेरी भागां वाली हो गई आ। अज तक तू इस हवेली विच माल डंगर बने है, तू आप रहे है, तेरी हवेली विच पशु टिके ने। अज तो बाद रहिंदी दुनिया तक इस हवेली ने इन्ना कु महान हो जाना ही, जदों भी लोग सिख आउणगे तेरी इस हवेली दी खाक चुक चुक के अपने मथे ते लाया करनगे। मेरे गुरु कलगी वाले 21 दसंबर दी शाम सूरज छिपया ते ठंड दी पोह दी रात हजूर चमकौर गढ़ी विच प्रवेश करदे ने। उस वक्त अल्लाह यार खां जोगी ने जेड़ा रात दा दृश्य पेश कीता है, उस बंदे ने कमाल कर दी है। कहंदा चमकौर गढ़ी विच प्रवेश कीते दोनों साहिबजादे मेरे हजूर दे नाल ने, भाई दया सिंह नाल है, भाई धर्म सिंह नाल ने, भाई मान सिंह नाल ने। 44 को मैं अर्ज की गुरुदेव दे समेत गिनती है। हजूर गढ़ी विच जदों आए ने, चौधरी ने अपने वालों सुक्का मिस्सा प्रशादा दिता है। अज कई दिनां दे भुखियां नू गुरु का लंगर नसीब होया है। ते कहंदे ने जदों प्रशाद पानी बन के आ गया ना, सिदक वाले सिख ने साहब दे चरनां विच रख के कहंदे ने, दाता जी पहला लंगर आप छको, साहिबजादियां नू छकाओ, बाद विच असीं अपने मुंह विच पांगे। मेरा कलगी वाला सतगुरु अपने मुरीदां नू ने करन वाला कहन लगा, नहीं भाई दया सिंह जी, मैं नहीं, तुसी मेरे जिंद तो वध प्यारे हो, तुसी मेरे सामने बह के भोजन छको, तुसी छकोगे मैनू अपने आप ही मिल जाएगा। सतगुरु ने बाणी विच यही तां बचन कीता है। साहब जी कहंदे ने कि जदों गुरु के सिखा पुत्र खाए, मां दा खून जेड़ा ओ वधदा है, बच्ची नू पानी मिल जाए ओ खुश हुंदी है, ते दया सिया पुत्र खाए मां खुश है, मच्छी नू पानी मिले ओ खुश है। ते जदों तुसी अपने मुंह विच पाओगे ना, ते गुरु गोबिंद सिंह नू अपने आप ही पहुंच जाना। हजूर ने उत्थे एक बाणी दा प्रमाण दिता, कहन लगे, माता प्रीत करे पुत खाए, मीने प्रीत भई जल नाए। गुरसिख प्रीत कहन लगे, सतगुर प्रीत गुरसिख मुख पाए। जदों तुसी मुख विच कुछ पाओगे मैनू पहुंच जाएगा। शाम दे वकत सोदर रहराज साहब जी दा अज भी पाठ होया है। कोई समा ऐसा नहीं जिदन कलगी वाले नू प्यारा प्रीतम भुलिया होवे। सोदर दा पाठ होया है ते शाम नू सिखां दी वक-वक थावां ते ड्यूटी ला दिती। कुछ विद्वान लिखदे ने, हजूर दोना साहिबजादियां नाल ते भाई दया सिंह नाल, भाई संगत सिंह नाल ऊपर वाले चबारे भी चले गए ने। थले हवेली दे 4 चफेरे सिंह पहरा देन लगे ने, कुछ आराम पै करदे ने। कहंदे ने अज सोहनी सेज नहीं, घोड़ियां दी काठी नू 21 दसंबर दी रात नू सिखां ने अपने सराहने बनाया है। काठियां थले पाण वाले कपड़े जमीन ते विछा लए ने। कई दिनां दे थके ने, अज नींद भी आउंदी पई है। कुछ पहरा देंदे ने, कुछ जमीन ते लेट के सौ गए ने। ते ओ लिखदा विद्वान सज्जन कहंदा, जदों अद्धी रात दा वेला होया है, सारे सिख आराम पै करदे ने, ते जेड़ा पहरे ते खलोता है ना, कई दिनां दी नींद ओनू भी तंग पे कर दी है। हथ विच नेजा पकड़िया, कदी कदी नींद दा हलूणा ओनू भी आ जांदा है। गुरु कलगी वाले चबारे तो उतरे ने। ओ विद्वान सज्जन कहंदा, देख किते इहो जिहा मुर्शिद मिलेगा। ओदे कुछ कौल ने। ओ कहंदा, लेट गए कुछ खाक पे जी पोश बिछाकर, पहरा लगे देने कई तलवार उठाकर। गोबिंद भी शब वास हुए, शबदार ते रात दे वेले साहब भी आराम कर लगे ने।
गोविंद भी शब बास हुए, खाने में जाकर देखा तो वहां बैठे हैं गर्दन को झुकाकर। सुते नहीं, कलगी वाला चौंकड़ी मार के बैठा है। ते की कह रहा है? कहने लगा देखा तो वहां बैठे हैं गर्दन को झुकाकर, वाहिगुरु 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 है मुंह से निकलता, है तू ही तू ही तू है मुंह से निकलता। कहता फिर इको दम कोठे चो बाहर निकले ने, आसमान ते तारे चमकदे ने, ते कलगी वाले ने ना उन्हां तारियां वल तक के दोनों हाथ जोड़ के एक अरदास कीती है। सिख सुते ने पर मेरा बाजां वाला अरदास की करदा पिया कि मैं बच के निकल जा। अरदास की करदा, रब्बा तू एक की बहाने वरताए। वो लिखदा नहीं, जब 1.5 घड़ी रात गुजरी जिक्रे खुदा में, खैमे से निकल आए सरकार हवा में, कदमों से टहलते थे मगर दिल था दुआ में, बोले ऐ खुदावंद खुश हूं तेरी रजा में। अगला वचन कीता, कहने लगे करतार से कहते थे गोया रूबरू होकर। इहदा मतलब वाहिगुरु दे आमने सामने हो के मेरा साहब कह रहा है, करतार से कहते थे गोया रूबरू होकर, कल जाऊंगा मैं चमकौर से सुरखरू होकर। कल चमकौर दी गड़ी विचों मैं सुरखरू होके निकलना है। वो कहंदा है जदों अगे तुरे ने ते प्रेम नाल भेज के कहंदे ने मैं तेरा हूं, मेरे बच्चे भी तेरे हैं मौला, हैं तेरे थे तेरे, रहेंगे तेरे दाता, जिस हाल में रखे वही हाल है अच्छा, जुज शुक्र के आने का जुबान पर नहीं शिकवा। ते पुछदा कवि सतगुरु तेनू तां सोहना आसन बना के दिता है, ते तुसी अपने आसन ते आराम क्यों नहीं करते? ते अगो कलगी वाला कहंदा ओ की दसां, अज मेरे जिंद नालों प्यारे सिख जमीन ते लेटे ने, जे ओ रात जमीन ते सुते होण ते मैनू सोहना आसन इस तरह भालदा जिवें सूलां चुभदियां होण। जे सिख जमीन ते सुते ने, मैं आसन ते नहीं। वो लिखदा लेटे हुए हैं आज खालसा जी जमीन पर, किस तरह से चैन आए हमें शाय नशी पर, मैं किवें आसन ते पवां क्योंकि सिख मेरे तां जमीन ते सुते। उथे जिहड़ी ने कमाल दी गल कही, कहंदा साहब आए ने थले, देखिया कि पहरेदार थकिया पिया, नींद दा हलूणा हुंदा है, ते कोल जाके कहन लगे भाई मदन सिंह ओदा नाम सी, कहन लगे गुरु के सिखा, देखे अखां खोलियां मेरा कलगी वाला है, भज के चरना ते डिगा। साहब छाती ना ला के कहंदे ने पुत्र अगे तुसी मेरे कोलों मंगदे सी, मैं तुहाडी झोली विच दाता पांदा सां, अज रौला ना पाई, अज मैं तेरे तो कुछ मंगण आया। कहन लगा सतगुरु तू समर्थ, मैं तेरे दर दा भिखारी, मेरे तो की मंगण आयो? ये सारी घटना 21 दसंबर दी है। कहन लगे मदन सिंहा मैनू मोड़ी ना, देख अज गुरु तेरे कोलों कुछ मंगदा ही। कहन लगे दसो खां। कहन लगे पुत्र किन्ने दिन दा तू थका है, तेरे पैरां जेड़े ने ओ कंडियां ने विन्ने होए ने, मैं तेरे तो मंगण आया कि तू आराम कर, आ नेजा मैनू पकड़ा दे, अज दी रात जाके मैं सिंगां दा पहरा दियां, अज दी रात दा पहरा मैनू दे लैंदे। कहंदे ने ओदियां अखां भर आईयां। कहन लगा नहीं दातिया तुसी आराम करो, पहरा मैं देना है। साहब कहंदे ने अज दी रात मैं तेरे तो मंग के लईए, कदी तेरे तो कुछ मंगिया नहीं। कहन लगा दातिया कल नू पहरा दिया जे। साहब कहंदे ने सजना कल किन्ने देखीए, कल नू की पता की भाने वापरने ने। जदों सिख नू इन्नी को गल कही, ओने कंबदे हत्थां नाल नेजा पकड़ा दिता। उथे जिहड़ी ओने गल कही, किते इहो जिहा मुर्शिद मिलेगा? मैं उस नज़म विचों अर्ज कर रहा जिहड़ी 1913 विच अल्लाह यार खां जोगी ने लिखी। वो कहंदा दुनिया दे लोगो सिंघो इहो जिहा मुर्शिद कितों नहीं जे मिलना। यकीन करो 21 दसंबर दी रात सिख सुते ने, थके टुटे ने, साहब हवेली दे दरवाजे तो अंदर नू आए ने, ते जिथे जमीन ते गुरु के सिंह पए ने, की देखिया थकियां दे कईयां दे सिस दियां दस्तारां ओ उतरियां ने, कई इन्ने को गूढ़ी नींद भी सुते ने, उन्हां दे केस खुले ने, ते गुरु गोबिंद सिंह जी तो रिहा ना गया, हर एक दी केसकी नू पकड़ के अपने हत्थां नाल उन्हां दे केसां नू ढकन लगा है। मेरा साहब उन्हां दे केस झाड़दा है, केस ढकदा पिया है। उन्हें एक गल बड़ी सोहनी कही,
ਜਿਹਦਾ ਸਿਰਹਾਣਾ ਨਿਕਲ ਗਿਆ ਹੈ, ਉਹਦੇ ਸਿਰ ਨੂੰ ਗੋਡੇ ਤੇ ਰੱਖ ਕੇ ਉਹਦੇ ਥੱਲੇ ਸਿਰਹਾਣਾ ਪਿਆ ਦਿੰਦਾ ਹੈ, ਤੇ ਜਿਵੇਂ ਕਹਿ ਰਿਹਾ ਹੋਵੇ, ਪੁੱਤਰੋ ਅੱਜ ਰੱਜ ਕੇ ਸੌਂ ਲਵੋ, ਅੱਜ ਤਾਂ ਤੁਸੀਂ ਰਾਤ ਸੌਣਾ ਤੇ ਕੱਲ ਨੂੰ ਤੁਸੀਂ ਮੌਤ ਦੀ ਗੋਦ ਵੀ ਸੌਂ ਜਾਣਾ। ਕਹਿਣ ਲੱਗੇ ਇੱਕ ਇੱਕ ਸਿੰਘ ਦੇ ਕੇਸ ਝਾੜੇ, ਉਹਨਾਂ ਦੇ ਸੀਸ ਢਕੇ, ਸਿਰਹਾਣੇ ਕਾਠੀਆਂ ਸਿਰਹਾਣੇ ਵਾਲੀਆਂ ਠੀਕ ਕੀਤੀਆਂ। ਉਹਨੇ ਇੱਕ ਗੱਲ ਲਿਖੀ, ਕਹਿੰਦਾ ਸਾਫੇ ਕभी ਸਿੰਘੋं के उठाते थे जमीन से, ਉਹਨਾਂ ਦੇ ਸਾਫੇ ਉਟਾਉਂਦੇ ਨੇ, केस उसके झाड़े ली खाक उसकी जमी से। कहने लगे सर ठीक किए सरके हुए बाल सी जी से, तरतीब दी हर चीज को ला ला के कहीं से। उन्हें एक अगली गल कही, कहता हाशा किसी मुर्शद में ये असियार नहीं, ये प्यार किसी पीर में जिनहार नहीं, एहो जिहा मुर्शद किते मिलेगा। अगली जड़ी उन्हें गल कही, कहता जदों सिंह सुते ने ना ते मेरे कलगी वाले की देखते ने, किरपाना चला चला के उन्हां दियां हत्थां ते विढे पै चुके ने, उन्हां दे जेड़े गले ने उन्हां नूं तकदे ने। कहता सिरहाणियां विचों निकलिया जिन्हां ने कल नूं मौत दे घाट उतर जाना, कल नूं जिन्हां ने शहादत दा जाम पीना। गुरु गोबिंद सिंह ना एक एक सिख दे चेहरे तो कपड़ा हटांदे ने ते अपने लबां नाल सिखां दे मत्थिआं नूं चुमदे पए। कहंदा मेरे पुत्रो मैं कुर्बान तुहाडे तो, मैनू आस सी तुसी पूरे निभोगे। कहन लगे मत्थे चुमे, फिर हत्थां जिथे निशान पए ने हथ चुमे, ते कहंदा दुनिया दे लोगो जदों पैरां वाले पासे आए ने ते गुरु गोबिंद सिंह ने सिखां दे पैरां नूं भी चुमना शुरू कर दिता है। उस अदीब ने बड़ी सोहनी गल कही, वो कहंदा जिन सिंहों ने कल मौत के साहिल था उतरना, कल सुबह था जिन खालसों ने जंग में मरना, बाली से शहीदों के हुआ जब के गुजरना, मुश्किल से हुआ इस जहां से कदम आगे को धरना, चूमा कभी हलकुम दहन चूमने बैठे, जब गुरुजी 35 आए तो सिंहों के चरण चूमने बैठे। कि वाकया गुरु चरण चुम सकता है? कदी पूछो गुरु गोबिंद सिंह नूं कि की ये इतिहासकार ठीक कह रहा है? ते मेरा गुरु पुकार के कहंदा ठीक, ये झूठ नहीं कह रहा। मेरा साहब तां खुद पुकार के कहंदा है सेव करी इन्हीं की भावत, और की सेव सुहात ना जी को, दान दियो इन्हीं को भलो, और आन को दान ना लागो लागतनी को, आगे फला इन्हीं को दियो, जग में जस और दियो सब को, मोह ग्रह में है दुनिया दे लोगों, मेरे घर भी जो कुछ है मोह ग्रह में, तन ते मन ते सिर लो धन है सब ही इन्हीं को, मेरे घर दा तन मेरा मन मेरा घर। कहन लगे मेरा सिर भी गुरु के सिंघो केवल तुहाडे वास्ते वे। जेड़ा गुरु ए बाणी विच कहे साहब सच्चे पिता सिंघां विचों निकले ने, वो कहंदा दोनों साहबजादे वो भी अज आराम पे करदे ने, ते आखिर एक बाप है ना एक पिता है। कहंदे ने बाबा अजीत सिंह ते बाबा जुझार सिंह दे तन नूं तकिया, ते कहंदे ने उसे वक्त सोए हुए बच्चों के सर को कहां पकड़ कर, चल दोगे अब अब्बा को मुसीबत में जकड़ कर। ऐ पुत्र सवेरे तुसी चले जाना है, मेरे तो उथे चले जाना है जिथे तुहाडे दादा जी विराजमान ने। सोए हुए बच्चों को कहा सर को पकड़ कर, चल दोगे अब अब्बा को मुसीबत में जकड़ कर, थी जिंदगी लिखी हुई किस्मत में उजड़ कर। कहने लगे अब मिलने का वादा तो किए जाए बिछड़ कर। ऐ पुत्र एक बारी मिलन दा वादा तय करो। अगले बचन कहे बच्चों जिदन आनंदपुर तो तुरिया सा थे 4, हो अब 2 ही, हुण 2 रह गए हो, शहर जे भी ना होंगे दिन चढ़ेगा तुसी भी नहीं होना, हम शुक्र करेंगे अगर ये भी ना होंगे। मैं अकाल पुरख दा शुक्र करांगा मेरे पुत्रो जे तुसी भी चले जाओगे। ते अगली गल जड़ी हजूर ने कही, कहने लगे फरमाते थे कल दोनों ही परवान चढ़ोगे, दुख भोगोगे हम, खल्द में तुम चैन करोगे, होते ही सैर दागे जुदाई हमें दोगे। ते अगली गल कही बेटा सपने में आकर कभी खबर अब्बा की भी लोगे। हे बच्चों सवेरे चले जाना है, होते ही शहर दागे जुदाई हमें दोगे, कभी सपने में आके खबर अब्बा की भी लोगे। ऐ मेरे अजीत ऐ मेरे जुझार प्यारे, हम कहते हैं तू सुनते हो दिलदार प्यारे। मैं बोलना पिया पुत्र कोई सुनते हो? पुत्रा सुतियां नूं असीस दिती,
सिखां दे चरण चुमे ते अज 22 दसंबर दा ओ दिन चढ़िया है, शायद दुनिया दे इतिहास विच ना पहला सी ते ना आउण वाले समय विच आवेगा। जदों सूरज दी टिक्की निकलन तो पहला अज फिर नितनेम होए ने, आसा दीवार दे कीर्तन होए ने, पाठ कीते गए ने, ते उधर सूरज दी टिक्की निकली ते हजूर ने जफरनामे विच कुछ जिक्र कीता चमकौर दी गड़ी दा। कह लगे आनंदपुर ऐ औरंगजेब, मैनू अफसोस है मेरे 40 भाई भुखे पाने सिख, ਉਹ तेरे 10 ਲੱਖ ਦੀ फौज, पर तेनू अपने गिरवान भी झाती मारिया लज्जा नहीं होंदी। कहन लगे गुरसना चेकारे कुनद चेहल नर, मेरे 40 भुखे पाने सिख सन कि 10 ਲੱਖ बरायत बरो बेखबर, ते तेरे 10 ਲੱਖ दा टिड्डी दल सी। सूरज दी टिक्की निकली, कहंदे ने उस वक्त सब तो पहला जरनैल नाहर खां आया। मैं कुछ मिनट कह के समाप्ति करांगा। नाहर खां आया ते कहंदे ने पौड़ी ला के चढ़न लगा है। मेरे कलगी वाले ने पहला तीर पाया अपने कमान विच, पौड़ी चढ़दे नूं तीर नाल विन के धरती उत्ते सड़ दिता है। दूसरा मुसलमान फिर पौड़ी ला के चढ़न लगा है, ओदा नाम है गनी खां। ये ओ गनी खां नहीं जेड़ा माछीवाड़े वाला है, ये होर है, एदा नाम है गनी खां। हजूर ने ऊपरों गुरज मारिया है, एदे सिर नूं ओने इस तरह भन दिता है जिवें मानो मिट्टी दा भांडा भजदा होवे। ये भी जमीन ते डिगा है। ते तीजा सी ख्वाजा मरदूद, जिन्हों मुहम्मद अली भी कहते ने। जदों दो डिगदे डिठे ने ते ये लुकदा होया दौड़ गया है, ते साहब ने जफरनामे विच कहा औरंगजेब दो नूं मैं सड़ दिता सी, मैनू एक अफसोस कि मरदूद जेड़ा अख बचा के निकल गया, जे किते पौड़ी लैके मेरे सामने आउंदा ते एक तीर मैं ओदी छाती विच भी बख्श देना सी। वो बच के निकल गया। हजूर कलगी वाले चमकौर दा जंग आरंभ होने लगा है, ते सतगुरु ने जथे बना के तोरने आरंभ कीते ने। ये किवें अगे कौतुक वापरदा है, ये आपां बुधवार दी शाम नूं गुरु साहब कृपा करन कोशिश करांगा कि जे संपूर्ण हो जाए, क्योंकि दर्दनाक इहो जिहा सक है। इन्हियां को बेनतियां प्रवान करनियां बोलदियां होइयां बेअंत बेअंत भुल्लां बख्श दिया जे जियो। वाहिगुरू जी का खालसा, वाहिगुरू जी।